ਉਹ ਕਿਸਾਨ ਮਜ਼ਦੂਰ ਜਰਾ ਹੋ ਜਾਓ ਚਕੰਨੇ, ਉਹ ਫਿਰਦੇ ਨੇ ਠੱਗ ਇੱਥੇ ਵਨ ਸਵੰਨੇ। ਉਹ ਨੀਤੀ ਸਰਕਾਰ ਦੀ ਵੀ ਚੱਲੀ ਜਾਂਦੀ ਮਾੜੀ, ਉਹ ਜਿੰਨਾ ਚਿਰ ਮੰਨਦੇ ਨੀ ਯਾਰੀ ਰੱਖੋ ਧਰਨੇ, ਕਰਾਉਣਾ ਚਾਹੁੰਦੇ ਜੱਟਾਂ ਦੇ ਆ ਪੁੱਤਾਂ ਤੋਂ ਦਿਹਾੜੀ। ਉਹ ਗੁਰਮੁਖ ਪੰਡੋਰੀ ਵੀ ਕਿਸਾਨ ਦਾ ਆ ਪੁੱਤ, ਉਹ ਤੁਰਨਾ ਪੈਣਾ ਆ ਸਾਨੂੰ ਹੋ ਕੇ ਇਕਜੁੱਟ। ਓਏ ਅਜੇ ਅਸੀਂ ਭੁੱਲੇ ਨਹੀਂ ਸੀ ਜੋ ਤੁਸੀਂ ਕੀਤਾ ਬਰਗਾੜੀ, ਉਹ ਜਿੰਨਾ ਚਿਰ ਮੰਨਦੇ ਨੀ ਯਾਰੀ ਰੱਖੋ ਧਰਨੇ, ਕਰਾਉਣਾ ਚਾਹੁੰਦੇ ਜੱਟਾਂ ਦੇ ਆ ਪੁੱਤਾਂ ਤੋਂ ਦਿਹਾੜੀ। ਕਿਸਾਨੀ ਸੰਘਰਸ਼ ਉਸ ਸਟੇਜ ਤੇ ਪਹੁੰਚ ਚੁੱਕਾ ਹੈ ਜਿੱਥੇ ਦੋਵੇਂ ਦੌਰਾਂ ਦੀ ਜਿਹੜੀ ਵਾਰਤਾਲਾਪ ਹੈ ਖਤਮ ਹੈ। 11 ਗੇੜ ਦੀ ਵਾਰਤਾਲਾਪ ਤੋਂ ਬਾਅਦ ਦੋਵੇਂ ਧਿਰਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਨਹੀਂ ਹੋ ਰਹੀ। ਹਾਲਾਂਕਿ ਦੂਸ਼ਣਬਾਜ਼ੀਆਂ ਜ਼ਰੂਰ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ। ਇਸ ਮੋੜ ਤੇ ਖੜ ਕੇ ਕਿਸਾਨੀ ਸੰਘਰਸ਼ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ, ਕਿਉਂਕਿ ਆਪਣੀ ਕਲਮ ਦੇ ਰਾਹੀਂ ਤੁਸੀਂ ਕਿਸਾਨੀ ਸੰਘਰਸ਼ ਨੂੰ ਬਾਖੂਬੀ ਬਿਆਨ ਕਰ ਚੁੱਕੇ ਹੋ। ਮੈਡਮ, ਸਰਕਾਰ ਜਿੰਨੇ ਮਰਜ਼ੀ ਇਲਜ਼ਾਮ ਲਾਈ ਜਾਵੇ ਕਿਸਾਨਾਂ ਤੇ, ਇਹ ਸਾਡੇ ਭੋਲੇ ਕਿਸਾਨ ਆ, ਇਹਨਾਂ ਦੇ ਦੋਸ਼ ਲੱਗ ਰਹੇ ਆ। 8-9 ਮਹੀਨੇ ਹੋ ਗਏ ਆ, ਵੇਖੋ ਠੰਡਾਂ ਵੀ ਸਿਰ 'ਤੇ ਝੱਲੀਆਂ, ਗਰਮੀਆਂ ਵੀ, ਹੁਣ ਮੀਂਹ ਪੈਣ ਡਿਆ ਆ। ਸਾਡੀ ਟਰਾਲੀ ਆ, ਇਹਦੀ ਤਰਪਾਲ ਵੀ ਚੋਣ ਡਈ, ਇੰਨਾ ਮੀਂਹ ਪੈ ਗਿਆ ਵਾ, ਪਰ ਅਸੀਂ ਡੋਲਾਂਗੇ ਨਹੀਂ। ਸਾਡੇ ਹੌਸਲੇ ਬੁਲੰਦ ਆ, ਜਿੰਨੇ ਜੋਗੇ ਆ। ਗੀਤ ਵੀ ਕਿਸਾਨੀ ਦੇ ਲਿਖ ਰਹੇ ਆ, ਹੋਰ ਵੀ ਗੀਤ ਲਿਖਦੇ ਆ, ਪਰ ਪਹਿਲਾਂ ਕਿਸਾਨੀ ਸਾਡੀ, ਬਾਅਦ 'ਚ ਦੂਜਾ ਕੰਮ। ਮੈਨੂੰ ਕਿਸੇ ਨੇ ਕਹਿਤਾ ਕਿ ਮੈਂ ਕੋਈ ਮਾਰਕੀਟ ਤੋਂ ਲੈਣ ਗਿਆ ਸੀ, ਮੈਨੂੰ ਕਹਿਤਾ ਕਿ ਉੱਪਰ ਚੀਜ਼ ਮਿਲਦੀ ਹੈ, ਵੈਸੇ ਹੀ ਫਸਾਉਣ ਦੀ ਖਾਤਰ ਮੈਂ ਉੱਪਰ ਗਿਆ। ਆਰਮੀ ਵਾਲੇ ਨੇ ਮੈਨੂੰ ਫੜ ਲਿਆ, ਮੈਨੂੰ ਆਂਦਾ ਕਿ ਅਸੀਂ ਤੁਹਾਡੇ ਲਈ ਬੈਠੇ ਹਾਂ। ਮੈਂ ਵੀ ਉਹਨੂੰ ਕਿਹਾ, ਮੈਂ ਅਸੀਂ ਵੀ ਤੁਹਾਡੇ ਲਈ ਬੈਠੇ ਹਾਂ, ਕਿਉਂ ਜਿੰਨਾ ਚਿਰ ਮੋਦੀ ਹਰਦਾ ਨਹੀਂ, ਝੁਕਦਾ ਨਹੀਂ, ਉਹਨਾਂ ਚਿਰ ਇੱਥੋਂ ਨਹੀਂ ਉੱਠਾਂਗੇ। ਚੰਗੇ ਗੀਤ ਲਿਖਦੇ ਰਵਾਂਗੇ, ਆਪਣੇ ਹੱਕ ਦੀ ਲੜਾਈ ਲਈ ਡਟੇ ਰਵਾਂਗੇ। ਅਸੀਂ 8 ਮਹੀਨੇ ਤੋਂ ਇੱਥੇ ਰੁਲ ਰਹੇ ਹਾਂ। ਕੋਈ ਸਾਡੇ ਪਿੰਡੋਂ 20 ਦਿਨ ਆਉਂਦਾ, ਕੋਈ 40 ਦਿਨ ਆਉਂਦਾ, 8 ਦਿਨ 10 ਦਿਨ ਲਾ ਕੇ ਵਾਪਸ ਘਰਾਂ ਨੂੰ ਜਾਂਦੇ ਆ। ਆਂਢ ਗੁਆਂਢ ਸਾਡਾ ਹੈਲਪ ਵੀ ਕਰਦਾ ਉੱਥੇ ਸਾਡੀ। ਉਹ ਕਲਾਕਾਰਾਂ ਤੇ ਜ਼ਰੂਰ ਸਵਾਲ ਚੁੱਕੇ ਜਾ ਰਹੇ ਨੇ। ਕਿਸੇ ਨੂੰ ਕਿਹਾ ਜਾ ਰਿਹਾ ਹੈ ਕਿ ਪਬਲਿਸਿਟੀ ਲੈਣ ਦੇ ਲਈ ਇਹ ਜਿਹੜੇ ਕਲਾਕਾਰ ਨੇ ਕਿਸਾਨੀ ਸੰਘਰਸ਼ ਦੇ ਵਿੱਚ ਆਏ ਨੇ, ਕਿਉਂਕਿ ਗੀਤ ਬਣਾਉਣੇ ਨੇ ਅੱਗੇ ਔਰ ਗੀਤਾਂ ਦੀ ਪ੍ਰਮੋਸ਼ਨ ਦੇ ਲਈ ਆਉਂਦੇ ਨੇ। ਕੱਲ੍ਹ ਨੂੰ ਪਬਲਿਸਿਟੀ ਜ਼ਿਆਦਾ ਮਿਲੇ, ਗੀਤਾਂ ਦੇ ਵਿਊਜ਼ ਜ਼ਿਆਦਾ ਹੋਣ, ਇਸ ਲਈ ਜਿਹੜੇ ਕਲਾਕਾਰ ਨੇ, ਫਿਲਮਾਂ ਵਾਲੇ ਜਾਂ ਗਾਣਿਆਂ ਵਾਲੇ, ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਨੇ। ਮੈਡਮ, ਕਲਾਕਾਰ ਤੋਂ ਪਹਿਲਾਂ ਹੀ ਫੇਮਸ ਸੀ, ਹੋਰ ਉਹਨਾਂ ਜਿੰਨਾ ਫੇਮਸ ਹੋਣਾ ਸੀ ਉਹ ਸ਼ੁਰੂ 'ਚ ਹੋ ਕੇ ਚਲ ਗਏ। ਜਿਹੜੇ ਅਜੇ ਤੱਕ ਵੀ ਆਉਣ ਡਏ, ਉਹਨਾਂ ਨੂੰ ਵਾਕਿਆ ਕਿਸਾਨੀ ਨਾਲ ਪਿਆਰ ਆ, ਕਿਸਾਨਾਂ ਦਾ ਦਰਦ ਆ। ਜੇ ਕੱਲ੍ਹ ਰਵਿੰਦਰ ਗਰੇਵਾਲ ਵੀਰ ਆਇਆ ਇੱਥੇ, ਉਹਨੂੰ ਵੀਰ ਨੂੰ ਦਰਦ ਆ। ਅਜੇ ਤੱਕ ਜਿਹੜੇ ਕਲਾਕਾਰ ਪਹੁੰਚਣ ਡਏ ਉਹਨਾਂ ਨੂੰ ਦਰਦ ਆ। ਜਿਹੜੇ ਫੇਮ ਭਾਲਦੇ ਸੀ ਉਹ ਨਿਕਲ ਗਏ ਸ਼ੁਰੂ 'ਚ। ਉਹ ਤੁਸੀਂ ਬੜੇ ਹੱਲੇ ਕੀਤੇ ਪਹਿਲਾਂ ਸਾਡੇ ਤੇ, ਅਸੀਂ ਕੀਤਾ ਸੀ ਯਕੀਨ ਸਗੋਂ ਤੁਹਾਡੇ ਤੇ। ਜੇ ਗੱਲ ਸਾਡੇ ਹੱਕ ਖੋਣ ਦੀ ਹੀ ਕਰ ਲਈ, ਅਸੀਂ ਲੈ ਕੇ ਆ ਬਰਾਤਾਂ ਫਿਰ ਢੁਕਣਾ। ਉਹ ਜਿੰਨਾ ਲੱਗਦਾ ਯੋਰ ਲਾ ਲੈ ਦਿੱਲੀਏ, ਉਹ ਸਿੰਘਾਂ ਗੁਰੂ ਦਿਆਂ ਕਦੇ ਨਹੀਂ ਉਹ ਝੁਕਣਾ। ਉਹ ਜਿੰਨਾ ਲੱਗਦਾ ਯੋਰ ਲਾ ਲੈ ਦਿੱਲੀਏ, ਉਹ ਸਿੰਘਾਂ ਗੁਰੂ ਦਿਆਂ ਕਦੇ ਨਹੀਂ ਉਹ ਝੁਕਣਾ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਜਿਸ ਵੇਲੇ ਪੰਜਾਬ ਦੀ ਗੀਤਕਾਰੀ ਤੇ ਪੰਜਾਬ ਦੀ ਗਾਇਕੀ ਤੇ ਲੱਚਰਤਾ ਦਾ ਟੈਗ ਲੱਗ ਰਿਹਾ ਸੀ, ਉਸ ਵੇਲੇ ਕਿਸਾਨੀ ਸੰਘਰਸ਼ ਦਾ ਇੱਕ ਅਜਿਹਾ ਹੜ੍ਹ ਆਇਆ, ਅਜਿਹਾ ਮੋੜ ਆਇਆ ਜਿਸ ਨੇ ਪੰਜਾਬ ਦੀ ਗੀਤਕਾਰੀ ਤੇ ਗਾਇਕੀ ਦੇ ਉੱਤੋਂ ਲੱਚਰਤਾ ਦਾ ਟੈਗ ਹਟਾ ਦਿੱਤਾ। ਕਿਉਂਕਿ ਪੰਜਾਬ ਦੀ ਗੀਤਕਾਰੀ ਨੇ, ਪੰਜਾਬ ਦੇ ਗੀਤਕਾਰਾਂ ਦੀ ਕਲਮ ਨੇ ਕਿਸਾਨੀ ਸੰਘਰਸ਼ ਦੇ ਵੱਲ ਅਜਿਹਾ ਮੋੜਾ ਕੱਟਿਆ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜੋਸ਼ ਭਰਨ ਦੇ ਲਈ, ਮੋਟੀਵੇਸ਼ਨ ਦੇਣ ਦੇ ਲਈ ਅਜਿਹੇ ਗੀਤ ਲਿਖੇ ਗਏ ਜੋ ਅੱਜ ਤੱਕ ਵੀ ਟਰੈਕਟਰਾਂ, ਟਰਾਲੀਆਂ, ਗਲੀਆਂ, ਸੜਕਾਂ, ਘਰਾਂ ਦੇ ਟੈਲੀਵਿਜ਼ਨਾਂ ਦੇ ਵਿੱਚ ਗੂੰਜ ਰਹੇ ਨੇ। ਤੇ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਲੋਕਾਂ ਦੇ ਲਈ ਜਜ਼ਬੇ ਦਾ, ਵੀਰ ਰਸ ਦਾ ਕੰਮ ਕਰ ਰਹੇ ਨੇ। ਕੁਛ ਅਜਿਹੇ ਹੀ ਗੀਤਕਾਰ ਨੇ ਜਿਹੜੇ ਆਪਣੀ ਕਲਮ ਤੋਂ ਕਿਸਾਨੀ ਸੰਘਰਸ਼ ਤੇ ਗੀਤ ਲਿਖ ਚੁੱਕੇ ਨੇ। ਸਾਡੇ ਨਾਲ ਵੀ ਮੌਜੂਦ ਨੇ ਗੁਰਮੁਖ ਪੰਡੋਰੀ, ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਲਈ ਵੱਖਰੇ ਵੱਖਰੇ ਗੀਤ ਲਿਖੇ ਨੇ। ਉਹਨਾਂ ਤੋਂ ਗੀਤ ਵੀ ਸੁਣਾਂਗੇ ਔਰ ਕਿਸਾਨੀ ਸੰਘਰਸ਼ ਦੇ ਬਾਰੇ ਗੱਲਬਾਤ ਵੀ ਕਰਾਂਗੇ। ਗੁਰਮੁਖ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲਾਂ ਤੇ ਕਿਸਾਨੀ ਸੰਘਰਸ਼ ਦੇ ਬਾਰੇ ਕੀ ਕਹਿਣਾ ਚਾਹੋਗੇ, ਤੇ ਫਿਰ ਤੁਹਾਡੀ ਕਲਮ ਤੋਂ ਲਿਖੇ ਹੋਏ ਗੀਤ ਵੀ ਅਸੀਂ ਜ਼ਰੂਰ ਦਰਸ਼ਕਾਂ ਦੇ ਰੂਬਰੂ ਕਰਾਂਗੇ। ਕਿਸਾਨੀ ਸੰਘਰਸ਼
ਉਸ ਸਟੇਜ ਤੇ ਪਹੁੰਚ ਚੁੱਕਾ ਹੈ ਜਿੱਥੇ ਦੋਵੇਂ ਦੌਰਾਂ ਦੀ ਜਿਹੜੀ ਵਾਰਤਾਲਾਪ ਹੈ ਖਤਮ ਹੈ। 11 ਗੇੜ ਦੀ ਵਾਰਤਾਲਾਪ ਤੋਂ ਬਾਅਦ ਦੋਵੇਂ ਧਿਰਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਨਹੀਂ ਹੋ ਰਹੀ। ਹਾਲਾਂਕਿ ਦੂਸ਼ਣਬਾਜ਼ੀਆਂ ਜ਼ਰੂਰ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ। ਇਸ ਮੋੜ ਤੇ ਖੜ ਕੇ ਕਿਸਾਨੀ ਸੰਘਰਸ਼ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ, ਕਿਉਂਕਿ ਆਪਣੀ ਕਲਮ ਦੇ ਰਾਹੀਂ ਤੁਸੀਂ ਕਿਸਾਨੀ ਸੰਘਰਸ਼ ਨੂੰ ਬਾਖੂਬੀ ਬਿਆਨ ਕਰ ਚੁੱਕੇ ਹੋ। ਮੈਡਮ, ਸਰਕਾਰ ਜਿੰਨੇ ਮਰਜ਼ੀ ਇਲਜ਼ਾਮ ਲਾਈ ਜਾਵੇ ਕਿਸਾਨਾਂ ਤੇ, ਇਹ ਸਾਡੇ ਭੋਲੇ ਕਿਸਾਨ ਆ, ਇਹਨਾਂ ਦੇ ਦੋਸ਼ ਲੱਗ ਰਹੇ ਆ। 8-9 ਮਹੀਨੇ ਹੋ ਗਏ ਆ, ਵੇਖੋ ਠੰਡਾਂ ਵੀ ਸਿਰ ਤੇ ਝੱਲੀਆਂ, ਗਰਮੀਆਂ ਵੀ, ਹੁਣ ਮੀਂਹ ਪੈਣ ਡਿਆ ਆ। ਆਹ ਸਾਡੀ ਟਰਾਲੀ ਆ, ਇਹਦੀ ਤਰਪਾਲ ਵੀ ਚੋਣ ਡਈ, ਇੰਨਾ ਮੀਂਹ ਪੈ ਗਿਆ ਵਾ, ਪਰ ਅਸੀਂ ਡੋਲਾਂਗੇ ਨਹੀਂ। ਸਾਡੇ ਹੌਸਲੇ ਬੁਲੰਦ ਆ, ਜਿੰਨੇ ਜੋਗੇ ਆ। ਗੀਤ ਵੀ ਕਿਸਾਨੀ ਦੇ ਲਿਖ ਰਹੇ ਆ, ਹੋਰ ਵੀ ਗੀਤ ਲਿਖਦੇ ਆ, ਪਰ ਪਹਿਲਾਂ ਕਿਸਾਨੀ ਸਾਡੀ, ਬਾਅਦ 'ਚ ਦੂਜਾ ਕੰਮ। ਚਲੋ ਫਿਰ ਗੀਤ ਜਿਹੜਾ ਹੈ ਕਿਸਾਨੀ ਸੰਘਰਸ਼ ਦੇ ਜਿਹੜਾ ਸਮਰਪਿਤ ਹੈ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ, ਕਿਉਂਕਿ ਇਹੋ ਜਿਹੇ ਗੀਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਮੇਰੇ ਗੀਤ ਪਹਿਲਾਂ ਵੀ ਨਾਮਵਰ ਸਿੰਗਰਾਂ ਦੇ ਕੋਲ ਆ, ਚੱਲ ਰਿਹਾ PTC ਪੰਜਾਬੀ ਚੈਨਲ। ਕਿਸ ਸਿੰਗਰ ਨੇ ਜਿਹੜੇ ਤੁਹਾਡੇ ਗੀਤ ਨੇ ਉਹ ਗਾਏ ਨੇ? ਮੇਰੇ ਗੀਤ ਚੱਲਣ ਦੇ ਅੰਬਰ ਸੰਧੂ ਵੀਰ ਕੋਲ, ਇੱਕ ਮੰਨੂ ਰੰਧਾਵਾ ਗੀਤ ਹੈ ਮੇਰੇ ਵੀਰ ਮੇਰੇ ਪਿੰਡ ਦਾ। ਹੁਣ ਮੇਰਾ ਗੀਤ ਨਵਾਂ ਆ ਰਿਹਾ ਕਿਸਾਨੀ ਤੇ, ਪੰਮਾ ਡੂਮੇਵਾਲ ਵੀਰ। ਕੱਲ ਰਵਿੰਦਰ ਗਰੇਵਾਲ ਆਇਆ, ਉਹਦੇ ਨਾਲ ਵੀ ਆਪਣੀ ਗੱਲ ਹੋਈ ਆ, ਉਹਨੇ ਵੀ ਆਪਣੇ ਕੋਲ ਗੀਤ ਲਿਆ ਵਾ, ਉਹ ਵੀ ਜਲਦੀ ਆਊਗਾ ਗੀਤ ਕਿਸਾਨੀ ਤੇ। ਸਤਰਾਂ ਜ਼ਰੂਰ ਸੁਣਨੀਆਂ ਚਾਹਾਂਗੇ ਉਹਨਾਂ ਗੀਤਾਂ ਦੀਆਂ ਜੋ ਇਸ ਸਮੇਂ ਟੈਲੀਵਿਜ਼ਨ ਤੇ ਚੱਲ ਰਹੇ ਜੀ। ਮੈਂ ਗੀਤ 3-4 ਮੇਰੇ ਕੋਲ ਕਿਸਾਨੀ ਤੇ ਹੈ, ਉਹ ਮੈਂ ਤੁਹਾਨੂੰ ਸੁਣਾਊਂਗਾ। ਇੱਕ ਗੀਤ ਮੈਂ ਲਿਖਿਆ ਸੀ, ਉਹ ਕਿਸਾਨ ਮਜ਼ਦੂਰ ਜਰਾ ਹੋ ਜਾਓ ਚਕੰਨੇ, ਉਹ ਫਿਰਦੇ ਨੇ ਠੱਗ ਇੱਥੇ ਵੰਨ ਸਵੰਨੇ, ਉਹ ਨੀਤੀ ਸਰਕਾਰ ਦੀ ਵੀ ਚੱਲੀ ਜਾਂਦੀ ਮਾੜੀ, ਉਹ ਜਿੰਨਾ ਚਿਰ ਮੰਨਦੇ ਨੀ ਯਾਰੀ ਰੱਖੋ ਧਰਨੇ, ਕਰਾਉਣਾ ਚਾਹੁੰਦੇ ਜੱਟਾਂ ਦੇ ਆ ਪੁੱਤਾਂ ਤੋਂ ਦਿਹਾੜੀ, ਉਹ ਗੁਰਮੁਖ ਪੰਡੋਰੀ ਵੀ ਕਿਸਾਨ ਦਾ ਆ ਪੁੱਤ, ਉਹ ਤੁਰਨਾ ਪੈਣਾ ਆ ਸਾਨੂੰ ਹੋ ਕੇ ਇਕਜੁੱਟ, ਓਏ ਅਜੇ ਅਸੀਂ ਭੁੱਲੇ ਨਹੀਂ ਸੀ ਜੋ ਤੁਸੀਂ ਕੀਤਾ ਬਰਗਾੜੀ, ਉਹ ਜਿੰਨਾ ਚਿਰ ਮੰਨਦੇ ਨੀ ਯਾਰੀ ਰੱਖੋ ਧਰਨੇ, ਕਰਾਉਣਾ ਚਾਹੁੰਦੇ ਜੱਟਾਂ ਦੇ ਆ ਪੁੱਤਾਂ ਤੋਂ ਦਿਹਾੜੀ। ਸੋ ਬਹੁਤ ਵਧੀਆ ਗੀਤ ਤੁਸੀਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਹੈ, ਕਿਸਾਨੀ ਸੰਘਰਸ਼ ਦੇ ਲਈ ਲਿਖਿਆ ਹੈ। ਇਹ ਵੀ ਜਾਣਨਾ ਚਾਹਾਂਗੀ ਕਿ ਜਿਹੜੇ ਗੀਤਕਾਰਾਂ ਨੇ ਜਾਂ ਗਾਇਕਾਂ ਨੇ ਕਿਸਾਨੀ ਸੰਘਰਸ਼ ਦੇ ਲਈ ਗਾਣੇ ਗਾਏ ਨੇ ਜਾਂ ਲਿਖੇ ਨੇ, ਉਹਨਾਂ ਦੇ ਉਹ ਭਾਜਪਾ ਦੀ ਰਡਾਰ ਦੇ ਉੱਤੇ ਜ਼ਰੂਰ ਰਹੇ ਨੇ। ਕਿਸੇ ਦੇ ਉੱਤੇ ਇਨਕਮ ਟੈਕਸ ਦੀ ਰੇਡ ਹੋਈ ਹੈ, ਕਿਸੇ ਦੇ ਉੱਤੇ ਲੱਚਰਤਾ ਦਾ ਟੈਗ ਲਗਾ ਕੇ ਉਸਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ, ਜਿਸ ਤਰ੍ਹਾਂ ਕਿ ਸ਼੍ਰੀ ਬਰਾੜ ਦੇ ਨਾਲ ਹੋਇਆ। ਜਦੋਂ ਕੋਈ ਵੀ ਗੀਤਕਾਰ ਜਾਂ ਗਾਇਕ ਚੰਗੇ ਕੰਮ ਕਰਦਾ ਹੈ ਤਾਂ ਜਦੋਂ ਉਸ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਸਰਕਾਰਾਂ ਦੇ ਵੱਲੋਂ ਜਾਂ ਰਸੂਖਦਾਰ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਤਾਂ ਜ਼ਰੂਰ ਕਿਤੇ ਨਾ ਕਿਤੇ ਫੀਲ ਹੁੰਦਾ ਹੈ ਕਿ ਯਾਰ ਮਾੜੇ ਕੰਮ ਕਰਦੇ ਸੀ ਤਾਂ ਚੰਗੇ ਸੀ। ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਮੈਡਮ, ਚੰਗੇ ਗੀਤ ਲਿਖਣੇ ਚਾਹੀਦੇ ਆ, ਲੋਕ ਸੁਣਦੇ ਵੀ ਆ। ਬਹੁਤੇ ਕਲਾਕਾਰ ਕਹਿੰਦੇ ਕਿ ਅਸੀਂ ਚੰਗੇ ਗੀਤ ਲਿਖਦੇ ਨਹੀਂ, ਹਥਿਆਰਾਂ ਵਾਲੇ ਲਿਖਦੇ, ਲੋਕ ਸੁਣਦੇ ਨਹੀਂ। ਚੰਗੀ ਚੀਜ਼ ਦੇਵਾਂਗੇ ਲੋਕ ਸੁਣਨਗੇ। ਬਾਕੀ ਸਾਡੇ ਤੇ ਅਸੀਂ ਵੀ ਲਿਖਣ ਡਏ ਆ, ਕੋਈ ਸਾਡੇ ਤੇ ਤੰਗੀ ਪੇਸ਼ੀ ਆਉਂਦੀ ਅਸੀਂ ਝੱਲਾਂਗੇ, ਸਾਡੇ ਕਿਸਾਨ ਵੀਰ ਨਾਲ ਆ ਸਾਡੇ। ਮੈਂ ਹੁਣ ਵੀ ਇੱਥੇ ਆਰਮੀ ਵਾਲਾ ਵੀਰ ਮੇਰੇ ਨਾਲ, ਮੈਨੂੰ ਕਿਸੇ ਨੇ ਕਹਿਤਾ ਕਿ ਮੈਂ ਕੋਈ ਮਾਰਕੀਟ ਤੋਂ ਲੈਣ ਗਿਆ ਸੀ, ਮੈਨੂੰ ਕਹਿਤਾ ਕਿ ਉੱਪਰ ਚੀਜ਼ ਮਿਲਦੀ ਆ, ਵੈਸੇ ਹੀ ਫਸਾਉਣ ਦੀ ਖਾਤਰ ਮੈਂ ਉੱਪਰ ਗਿਆ। ਆਰਮੀ ਵਾਲੇ ਨੇ ਮੈਨੂੰ ਫੜ ਲਿਆ, ਮੈਨੂੰ ਆਂਦਾ ਕਿ ਅਸੀਂ ਤੁਹਾਡੇ ਲਈ ਬੈਠੇ ਹਾਂ। ਮੈਂ ਵੀ ਉਹਨੂੰ ਕਿਹਾ ਮੈਂ ਅਸੀਂ ਵੀ ਤੁਹਾਡੇ ਲਈ ਬੈਠੇ ਹਾਂ, ਕਿਉਂ ਜਿੰਨਾ ਚਿਰ ਮੋਦੀ ਹਰਦਾ ਨਹੀਂ ਝੁਕਦਾ ਨਹੀਂ ਉਹਨਾਂ ਚਿਰ ਇੱਥੋਂ ਨਹੀਂ ਉੱਠਾਂਗੇ। ਚੰਗੇ ਗੀਤ ਲਿਖਦੇ ਰਵਾਂਗੇ, ਆਪਣੇ ਹੱਕ ਦੀ ਲੜਾਈ ਲਈ ਡਟੇ ਰਵਾਂਗੇ। ਔਰ ਨੌਜਵਾਨ ਵਰਗ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ, ਖਾਸ ਤੌਰ ਤੇ ਜਦੋਂ ਪੰਜਾਬ ਦੀ ਗਾਇਕੀ ਦਾ ਜਾਂ ਗੀਤਕਾਰੀ ਦਾ ਜ਼ਿਕਰ ਕਰੀਏ ਤਾਂ ਇੱਕ ਵੱਡਾ ਇਲਜ਼ਾਮ ਪੰਜਾਬ ਦੇ ਗਾਇਕਾਂ ਤੇ ਜਾਂ ਗੀਤਕਾਰਾਂ ਤੇ ਅਕਸਰ ਲੱਗਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਊ ਤੇ ਹਥਿਆਰਾਂ ਦੇ ਜਿਹੜੇ ਗੀਤ ਨੇ ਪਰੋਸੇ ਜਾ ਰਹੇ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਅਸਲ ਮੰਤਵ ਤੋਂ ਜਿਹੜਾ ਹੈ ਭਟਕਾਇਆ ਜਾ ਰਿਹਾ ਹੈ। ਪਰ ਕਿਸਾਨੀ ਸੰਘਰਸ਼ ਨੇ ਜ਼ਰੂਰ ਇਸ ਮਾਨਸਿਕਤਾ ਨੂੰ ਬਦਲਿਆ ਕਿਤੇ ਨਾ ਕਿਤੇ। ਪਰ ਅੱਜ ਵੀ ਜਿਹੜੇ ਗੀਤਕਾਰ ਜਾਂ ਗਾਇਕ ਅਜਿਹੇ ਗੀਤ ਗਾ ਰਹੇ ਨੇ, ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ? ਜਿਹੜੇ ਮੈਡਮ ਅਜੇ ਵੀ ਭੁੱਲੇ ਆ, ਉਹਨਾਂ ਨੂੰ ਸਿੱਧੇ ਰਸਤੇ ਪੈਣਾ ਚਾਹੀਦਾ, ਕਿਉਂ ਇੱਥੇ ਲੋਕ ਸਾਡੇ ਬਜ਼ੁਰਗ ਆ, 80-80 ਸਾਲ ਦੇ ਬਜ਼ੁਰਗ ਬੈਠੇ ਆ, ਜਿਹੜੇ ਅਜੇ ਵੀ ਗਲਤ ਗੀਤ ਬੋਲਣ ਦੇ। ਅਸੀਂ ਉਹਨਾਂ ਗਾੜੀ ਬੇਨਤੀ ਕਰ ਸਕਦੇ ਹਾਂ, ਜ਼ੋਰ ਤੇ ਸਾਡਾ ਕੋਈ ਹੈ ਨਹੀਂ, ਬੇਨਤੀ ਕਰ ਸਕਦੇ ਹਾਂ ਕਿ ਇੱਧਰ ਆਪਣਾ ਸੰਘਰਸ਼ ਚੱਲ ਰਿਹਾ, ਇਹ ਇੱਕ ਬੰਦੇ ਦਾ ਨਹੀਂ ਆ, ਇਹ ਸਾਰੇ ਵਰਗ ਦਾ, ਇਹ ਮਜ਼ਦੂਰ ਦਾ, ਇਹ ਹਰ ਰੇਹੜੀ ਵਾਲੇ ਦਾ, ਕਿਸਾਨ ਦਾ, ਸਭ ਦਾ ਮਸਲਾ ਇੱਥੇ, ਦੁਕਾਨਦਾਰ ਦਾ। ਇਹਨੂੰ 2 ਦਿਨ 4 ਦਿਨ ਪਿੰਡ 'ਚੋਂ ਆ ਕੇ ਇੱਥੇ ਬਹਿਣਾ ਚਾਹੀਦਾ। ਅਸੀਂ 8 ਮਹੀਨੇ ਤੋਂ ਇੱਥੇ ਰੁਲ ਰਹੇ ਹਾਂ। ਕੋਈ ਸਾਡੇ ਪਿੰਡੋਂ 20 ਦਿਨ ਆਉਂਦਾ, ਕੋਈ 40 ਦਿਨ ਆਉਂਦਾ, 8 ਦਿਨ 10 ਦਿਨ ਲਾ ਕੇ ਵਾਪਸ ਘਰਾਂ ਨੂੰ ਜਾਂਦੇ ਆ। ਆਂਢ ਗੁਆਂਢ ਸਾਡਾ ਹੈਲਪ ਵੀ ਕਰਦਾ ਉੱਥੇ ਸਾਡੀ।
ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਗੀਤਕਾਰਾਂ ਨੇ ਜਾਂ ਗਾਇਕਾਂ ਨੇ ਯੋਗਦਾਨ ਪਾਇਆ ਆਪਣਾ, ਜਾਂ ਜਿਹੜੇ ਕਲਾਕਾਰ ਕਿਸਾਨੀ ਸੰਘਰਸ਼ ਦੇ ਵਿੱਚ ਆ ਰਹੇ ਨੇ, ਕਿਉਂਕਿ ਅਸੀਂ ਚੰਡੀਗੜ੍ਹ 'ਚ ਵੀ ਵੇਖਦੇ ਹਾਂ ਕਿ ਉੱਥੇ ਮਟਕਾ ਚੌਂਕ ਤੇ ਪ੍ਰੋਟੈਸਟ ਹੁੰਦਾ ਹੈ, ਵੱਖ-ਵੱਖ ਚੌਂਕਾਂ ਤੇ ਪ੍ਰੋਟੈਸਟ ਹੁੰਦਾ ਹੈ, ਤਾਂ ਉੱਥੇ ਬਹੁਤ ਸਾਰੇ ਕਲਾਕਾਰ ਹੁਮਾ ਕੇ ਪਹੁੰਚਦੇ ਨੇ, ਹਰ ਰੋਜ਼ ਪਹੁੰਚਦੇ ਨੇ। ਉਹ ਕਲਾਕਾਰਾਂ ਤੇ ਜ਼ਰੂਰ ਸਵਾਲ ਚੁੱਕੇ ਜਾ ਰਹੇ ਨੇ। ਕਿਸੇ ਨੂੰ ਕਿਹਾ ਜਾ ਰਿਹਾ ਹੈ ਕਿ ਪਬਲਿਸਿਟੀ ਲੈਣ ਦੇ ਲਈ ਇਹ ਜਿਹੜੇ ਕਲਾਕਾਰ ਨੇ ਕਿਸਾਨੀ ਸੰਘਰਸ਼ ਦੇ ਵਿੱਚ ਆਏ ਨੇ, ਕਿਉਂਕਿ ਗੀਤ ਬਣਾਉਣੇ ਨੇ ਅੱਗੇ ਔਰ ਗੀਤਾਂ ਦੀ ਪ੍ਰਮੋਸ਼ਨ ਦੇ ਲਈ ਆਉਂਦੇ ਨੇ, ਕੱਲ੍ਹ ਨੂੰ ਪਬਲਿਸਿਟੀ ਜ਼ਿਆਦਾ ਮਿਲੇ, ਗੀਤਾਂ ਦੇ ਵਿਊਜ਼ ਜ਼ਿਆਦਾ ਹੋਣ, ਇਸ ਲਈ ਜਿਹੜੇ ਕਲਾਕਾਰ ਨੇ ਫਿਲਮਾਂ ਵਾਲੇ ਜਾਂ ਗਾਣਿਆਂ ਵਾਲੇ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਨੇ। ਮੈਡਮ ਕਲਾਕਾਰ ਤੋਂ ਪਹਿਲਾਂ ਹੀ ਫੇਮਸ ਸੀ, ਹੋਰ ਉਹਨਾਂ ਜਿੰਨਾ ਫੇਮਸ ਹੋਣਾ ਸੀ ਉਹ ਸ਼ੁਰੂ 'ਚ ਹੋ ਕੇ ਚਲ ਗਏ। ਜਿਹੜੇ ਅਜੇ ਤੱਕ ਵੀ ਆਉਂਦਾ ਹੈ ਉਹਨਾਂ ਨੂੰ ਵਾਕਿਆ ਕਿਸਾਨੀ ਨਾਲ ਪਿਆਰ ਆ, ਕਿਸਾਨਾਂ ਦਾ ਦਰਦ ਆ। ਜੇ ਕੱਲ੍ਹ ਰਵਿੰਦਰ ਗਰੇਵਾਲ ਵੀਰ ਆਇਆ ਇੱਥੇ, ਉਹਨੂੰ ਵੀਰ ਨੂੰ ਦਰਦ ਆ। ਅਜੇ ਤੱਕ ਜਿਹੜੇ ਕਲਾਕਾਰ ਪਹੁੰਚਣ ਡੇ ਉਹਨਾਂ ਨੂੰ ਦਰਦ ਆ। ਜਿਹੜੇ ਫੇਮ ਭਾਲਦੇ ਸੀ ਉਹ ਨਿਕਲ ਗਏ ਸ਼ੁਰੂ 'ਚ ਬਸ। ਕੁਝ ਸਤਰਾਂ ਹੋਰ ਹੋ ਜਾਣ ਕਿਸੇ ਗੀਤ ਦੀਆਂ, ਕਿਉਂਕਿ ਕਿਸਾਨੀ ਸੰਘਰਸ਼ ਨੇ ਜਿੱਥੇ ਰੰਗ ਬੰਨਿਆ ਹੋਇਆ ਉੱਥੇ ਹੀ ਅਜਿਹੇ ਗੀਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੋ ਜੋਸ਼ ਤੇ ਜਜ਼ਬਾ ਭਰਦੇ ਹੋਣ। ਮੈਂ ਇੱਕ ਗੀਤ ਹੋਰ ਲਿਖਿਆ, ਉਹ ਵੀ ਤੁਹਾਨੂੰ ਸੁਣਾਉਣਾ। ਉਹ ਤੁਸੀਂ ਬੜੇ ਹੱਲੇ ਕੀਤੇ ਪਹਿਲਾਂ ਸਾਡੇ ਤੇ, ਅਸੀਂ ਕੀਤਾ ਸੀ ਯਕੀਨ ਸਗੋਂ ਤੁਹਾਡੇ ਤੇ। ਜੇ ਗੱਲ ਸਾਡੇ ਹੱਕ ਖੋਣ ਦੀ ਹੀ ਕਰ ਲਈ, ਅਸੀਂ ਲੈ ਕੇ ਆ ਬਰਾਤਾਂ ਫਿਰ ਢੁਕਣਾ। ਉਹ ਜਿੰਨਾ ਲੱਗਦਾ ਯੋਰ ਲਾ ਲੈ ਦਿੱਲੀਏ, ਉਹ ਸਿੰਘਾਂ ਗੁਰੂ ਦਿਆਂ ਕਦੇ ਨਹੀਂ ਉਹ ਝੁਕਣਾ। ਉਹ ਜਿੰਨਾ ਲੱਗਦਾ ਯੋਰ ਲਾ ਲੈ ਦਿੱਲੀਏ, ਉਹ ਸਿੰਘਾਂ ਗੁਰੂ ਦਿਆਂ ਕਦੇ ਨਹੀਂ ਉਹ ਝੁਕਣਾ। ਅਸੀਂ ਕਰਕੇ ਨਬੇੜਾ ਪਹਿਲਾਂ ਤੇਰੇ ਨਾਂ, ਫਿਰ ਕੱਢਣੇ ਪੰਜਾਬ ਚੋਂ ਗਦਾਰ ਨੀ। ਅਸੀਂ ਉਸ ਕੌਮ ਦਿਆਂ ਹੈਗੇ ਵਾਰਸ, ਸਾਡੇ ਬਾਬਿਆਂ ਨਹੀਂ ਸਾਹਿਬਜ਼ਾਦੇ ਚਾਰ ਨੀ। ਅਸੀਂ ਉਸ ਕੌਮ ਦਿਆਂ ਹੈਗੇ ਵਾਰਸ, ਸਾਡੇ ਬਾਬਿਆਂ ਨਹੀਂ ਸਾਹਿਬਜ਼ਾਦੇ ਚਾਰ ਨੀ। ਕਹੇ ਗੁਰਮੁਖ ਭੰਡੋਰੀਏ ਨਾ, ਕਹੇ ਗੁਰਮੁਖ ਭੰਡੋਰੀਏ ਨਾ, ਵਾਰ ਬੜੇ ਕੀਤੇ ਨਾ ਹੀ ਮੁੱਕਿਆ ਤੇ ਸਿੰਘ ਨਾ ਹੀ ਮੁੱਕਣਾ। ਆ ਜਿੰਨਾ ਲੱਗਦਾ ਯੋਰ ਲਾ ਲੈ ਦਿੱਲੀਏ, ਸਿੰਘਾਂ ਗੁਰੂ ਦਿਆਂ ਕਦੇ ਨਹੀਂ ਉਹ ਝੁਕਣਾ।